ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 5 ਦਸੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਓਕਲੈਂਡ ਦੇ ਵਿੱਚ ਪਾਰਟੀ ਤੋਂ ਬਾਅਦ ਲੱਗੀ ਅੱਗ ਕਾਰਨ ਹੋਈਆਂ 36 ਮੌਤਾਂ ਦੇ ਮਾਮਲੇ ਦੇ ਵਿੱਚ ਮਰਡਰ ਚਾਰजेस ਲਾਏ ਜਾ ਸਕਦੇ ਹਨ। ਤੇਲ ਇੰਡਸਟਰੀ ਨੇ ਡੋਨਾਲਡ ਟਰੰਪ ਨੂੰ ਡਕੋਟਾ ਐਕਸੈਸ ਪਾਈਪਲਾਈਨ ਅਪਰੂਵ ਕਰਨ ਦੇ ਲਈ ਅਪੀਲ ਕੀਤੀ। ਉਪ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ 2020 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਲੜ ਸਕਦੇ ਹਨ। ਡੋਨਾਲਡ ਟਰੰਪ ਨੇ ਐਲ ਗੋਰ ਦੇ ਨਾਲ ਮੁਲਾਕਾਤ ਕੀਤੀ। ਬੈਨ ਕਾਰਸਨ ਨੂੰ ਹਾਊਸਿੰਗ ਡਿਪਾਰਟਮੈਂਟ ਦਾ ਸੈਕਟਰੀ ਚੁਣਿਆ ਗਿਆ। ਓਹਾਇਓ ਪੁਲਿਸ ਅਫਸਰ ਤੇ $26,000 ਚੋਰੀ ਕਰਨ ਦੇ ਦੋਸ਼ ਲੱਗੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਓਕਲੈਂਡ ਦੇ ਵਿੱਚ ਵੇਅਰ ਹਾਊਸ 'ਚ ਲੱਗੀ ਅੱਗ, ਜਿਸ ਦੇ ਕਾਰਨ ਕਿ 36 ਲੋਕਾਂ ਦੀ ਮੌਤ ਹੋਈ। ਪੁਲਿਸ ਨੇ ਦੱਸਿਆ ਕਿ ਇਸ ਨੂੰ ਇੱਕ ਪੋਟੈਂਸ਼ੀਅਲ ਕ੍ਰਾਈਮ ਸੀਨ ਮੰਨ ਕੇ ਇਸ ਮਾਮਲੇ ਦੇ ਵਿੱਚ ਮਰਡਰ ਚਾਰजेस ਲਾਏ ਜਾ ਸਕਦੇ ਹਨ। ਐਲਮੀਡਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੈਂਸੀ ਓਮੈਲੀ ਨੇ ਨਿਊਜ਼ ਰਿਪੋਰਟਰਸ ਨੂੰ ਅੱਜ ਦੱਸਿਆ ਕਿ ਹਜੇ ਇਸ ਦੇ ਬਾਰੇ ਕਹਿਣਾ ਕੁਝ ਵੀ ਜਲਦਬਾਜ਼ੀ ਹੋਵੇਗੀ, ਪਰ ਇਸ ਮਾਮਲੇ ਦੇ ਵਿੱਚ ਮੈਨਸਲੌਟਰ ਦੇ ਚਾਰजेस ਲੱਗਣੇ ਸੰਭਵ ਹਨ। ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੇ ਆਪਣੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਲੋਕ ਇਸ ਅੱਗ ਜਣੀ ਘਟਨਾ ਦੇ ਵਿੱਚ ਮਾਰੇ ਗਏ ਹਨ ਅਤੇ ਜਾਂ ਫਿਰ ਇਸ ਦੇ ਵਿੱਚ ਜ਼ਖਮੀ ਹੋਏ ਹਨ, ਉਹਨਾਂ ਦੇ ਪ੍ਰਤੀ ਸਾਰੇ ਹੀ ਪੁਲਿਸ ਮਹਿਕਮੇ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਨਿਆਂ ਦਿਵਾਵੇ। ਉਹਨਾਂ ਨੇ ਕਿਹਾ ਕਿ ਸਬੂਤ ਇਕੱਠੇ ਕਰਨ ਦੇ ਵਿੱਚ ਕੁਝ ਸਮਾਂ ਲੱਗੇਗਾ, ਪਰ ਉਹ ਬਿਲਕੁਲ ਸਹੀ ਫੈਸਲਾ ਲੈਣਗੇ। ਐਲਮੀਡਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਕਿ 36 ਦੇ ਵਿੱਚੋਂ 33 ਡੈਡ ਬਾਡੀਜ਼ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਹਨਾਂ ਦੇ ਵਿੱਚੋਂ 16 ਪਰਿਵਾਰਾਂ ਨੂੰ ਨੋਟੀਫਿਕੇਸ਼ਨ ਭੇਜ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ 36 ਡੈਡ ਬਾਡੀਜ਼ ਦੇ ਵਿੱਚੋਂ 22 ਦੀ ਆਟੋਪਸੀ ਰਿਪੋਰਟ ਆ ਚੁੱਕੀ ਹੈ ਤੇ ਉਹ ਪੂਰੀ ਹੋ ਚੁੱਕੀ ਹੈ ਅਤੇ ਇਸ ਹਫ਼ਤੇ ਤੱਕ ਬਾਕੀ ਰਹਿੰਦੀਆਂ ਡੈਡ ਬਾਡੀਜ਼ ਦੀ ਵੀ ਆਟੋਪਸੀ ਪੂਰੀ ਹੋ ਜਾਏਗੀ। ਇਸ ਪੂਰੇ ਮਾਮਲੇ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਦੁੱਖ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਸਾਨੂੰ ਇਹ ਪਤਾ ਨਹੀਂ ਲੱਗਿਆ ਇਹ ਪੂਰੀ ਘਟਨਾ ਕਿਸ ਕਰਕੇ ਵਾਪਰੀ, ਪਰ ਅਮਰੀਕਨ ਕਮਿਊਨਿਟੀ ਹੋਏ ਇਸ ਭਾਰੇ ਨੁਕਸਾਨ ਦੇ ਲਈ ਉਹਨਾਂ ਨੂੰ ਕਾਫੀ ਧੱਕਾ ਪਹੁੰਚਿਆ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਓਕਲੈਂਡ ਦੇਸ਼ ਦੀ ਇੱਕ ਕਾਫੀ ਡਾਈਵਰਸ ਅਤੇ ਕ੍ਰੀਏਟਿਵ ਸ਼ਹਿਰਾਂ ਦੇ ਵਿੱਚੋਂ ਆਉਂਦਾ ਹੈ। ਨਾਰਥ ਡਕੋਟਾ ਐਕਸੈਸ ਪਾਈਪਲਾਈਨ ਮਾਮਲੇ ਦੇ ਵਿੱਚ ਜਿੱਥੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਅਹਿਮ ਫੈਸਲਾ ਇਸ ਦੇ ਉੱਤੇ ਨਹੀਂ ਲਿਆ ਗਿਆ, ਪਰ ਪਿਛਲੇ ਹਫ਼ਤੇ ਆਈ ਇੱਕ ਰਿਪੋਰਟ ਦੇ ਮੁਤਾਬਿਕ US ਆਰਮੀ ਕਾਰਪਸ ਨੇ ਇਸ ਪਾਈਪਲਾਈਨ ਦੇ ਲਈ ਪਾਬੰਦੀ ਲਾ ਦਿੱਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਹ ਪਾਈਪਲਾਈਨ ਦਾ ਕੰਮ ਹੁਣ ਅੱਗੇ ਨਹੀਂ ਵਧੇਗਾ। ਇਸ ਤੋਂ ਬਾਅਦ ਦੇ ਵਿੱਚ ਪ੍ਰੋਟੈਸਟਰਸ ਨੇ ਇਸ ਤੇ ਕਾਫੀ ਖੁਸ਼ੀ ਜਤਾਈ ਸੀ, ਪਰ ਹੁਣ ਖਬਰ ਆ ਰਹੀ ਹੈ ਕਿ ਇੰਡਸਟਰੀ ਦੇ ਵਿੱਚ ਇਸ ਤੋਂ ਕਾਫੀ ਲੋਕ ਨਾਰਾਜ਼ ਹਨ ਅਤੇ ਆਇਲ ਇੰਡਸਟਰੀ ਦੇ ਲੋਕ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਦੇ ਕੋਲ ਜਾ ਕੇ ਅਪੀਲ ਕਰ ਰਹੇ ਹਨ ਕਿ ਇਸ ਪਾਈਪਲਾਈਨ ਦੇ ਪ੍ਰੋਜੈਕਟ ਨੂੰ ਅਪਰੂਵ ਕੀਤਾ ਜਾਏ ਅਤੇ ਉਸ ਨੂੰ ਪੂਰਾ ਕਰਵਾਇਆ ਜਾਏ। ਪਾਈਪਲਾਈਨ ਕੰਪਨੀ ਇਸ $4 ਬਿਲੀਅਨ ਦੇ ਪਾਈਪਲਾਈਨ ਪ੍ਰੋਜੈਕਟ ਨੂੰ ਮਿਜ਼ੂਰੀ ਰਿਵਰ ਅਤੇ ਸਟੈਂਡਿੰਗ ਰੌਕ ਰਿਜ਼ਰਵੇਸ਼ਨ ਦੇ ਹੇਠੋਂ ਦੀ ਪਾਉਣ ਦੀ ਪਰਮਿਸ਼ਨ ਚਾਹ ਰਿਹਾ ਹੈ। ਇਹ ਪਰਮਿਸ਼ਨ ਪਹਿਲਾਂ ਇਹਨਾਂ ਨੂੰ ਮਿਲ ਚੁੱਕੀ ਸੀ, ਪਰ ਬਾਅਦ ਦੇ ਵਿੱਚ ਉੱਥੇ ਨੇਟਿਵ ਅਮਰੀਕਨਸ ਦੇ ਕੀਤੇ ਗਏ ਵਿਰੋਧ ਕਰਕੇ ਇਸ ਪਾਈਪਲਾਈਨ ਪ੍ਰੋਜੈਕਟ ਨੂੰ ਰੋਕਣਾ ਪਿਆ। ਟਰੰਪ ਦੀ ਟੀਮ ਦੇ ਸਪੋਕਸਮੈਨ ਜੇਸਨ ਮਿਲਰ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਇਸ ਪਾਈਪਲਾਈਨ ਦੀ ਕੰਸਟਰਕਸ਼ਨ ਦੇ ਹੱਕ ਦੇ ਵਿੱਚ ਹਨ, ਪਰ ਉਹਨਾਂ ਨੇ ਇਹ ਸਾਫ਼ ਨਹੀਂ ਕੀਤਾ ਕਿ US ਆਰਮੀ ਕਾਰਪਸ ਵੱਲੋਂ ਲਿਆ ਗਿਆ ਡਿਸੀਜਨ, ਜਿਸ ਦੇ ਵਿੱਚ ਉਹਨਾਂ ਨੇ ਪਾਈਪਲਾਈਨ ਨੂੰ ਮਿਜ਼ੂਰੀ ਰਿਵਰ ਦੇ ਹੇਠੋਂ ਟੱਪਣ ਤੋਂ ਇਨਕਾਰ ਕਰ ਦਿੱਤਾ ਤੇ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਡੋਨਾਲਡ ਟਰੰਪ ਹੁਣ ਇਸ ਡਿਸੀਜਨ ਨੂੰ ਬਦਲਣਗੇ ਜਾਂ ਫਿਰ ਨਹੀਂ। ਉਹਨਾਂ ਨੇ ਕਿਹਾ ਕਿ ਡੋਨਾਲਡ ਟਰੰਪ ਇਸ ਦੇ ਉੱਤੇ ਗੌਰ ਕਰਨਗੇ ਅਤੇ ਇਸ ਦੇ ਉੱਤੇ ਪੂਰੀ ਗੌਰ ਕਰਨ ਤੋਂ ਬਾਅਦ ਹੀ ਕੋਈ ਸਹੀ ਫੈਸਲਾ ਲੈ ਸਕਣਗੇ। ਉਪ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਹੈ ਕਿ 2020 ਦੇ ਵਿੱਚ ਉਹ ਰਾਸ਼ਟਰਪਤੀ ਦੀਆਂ ਚੋਣਾਂ ਲੜ ਸਕਦੇ ਹਨ।
ਉਪ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਕੈਪੀਟਲ ਦੇ ਵਿੱਚ ਇਹ ਅਨਾਉਂਸ ਕਰਦੇ ਹੋਏ ਕਿਹਾ ਕਿ ਇਹ ਪੋਸੀਬਲ ਹੈ ਕਿ ਭਵਿੱਖ ਦੇ ਵਿੱਚ 2020 ਦੇ ਵੇਲੇ ਉਹ ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਲੜਨ। ਜਦੋਂ ਬਾਅਦ ਦੇ ਵਿੱਚ ਪੱਤਰਕਾਰਾਂ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਪੁੱਛਿਆ ਕਿ ਉਹ 2020 ਦੇ ਵਿੱਚ ਲੜਨ ਦੇ ਲਈ ਪੱਕਾ ਤਿਆਰ ਹਨ ਜਾਂ ਫਿਰ ਨਹੀਂ, ਤਾਂ ਇਸ ਤੋਂ ਬਾਅਦ ਦੇ ਵਿੱਚ ਜੋ ਬਾਈਡਨ ਨੇ ਕਿਹਾ ਕਿ ਉਹ ਕਿਸੇ ਵੀ ਗੱਲ ਦੇ ਲਈ ਕਮਿਟ ਨਹੀਂ ਕਰ ਸਕਦੇ ਅਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋਣਾ ਮੁਮਕਿਨ ਹੈ। ਜਿੱਥੇ ਕਿ ਕਾਫੀ ਪੋਲੀਟੀਕਲ ਪੰਡਿਤ ਇਹ ਮੰਨ ਰਹੇ ਸਨ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨਕਾਲ ਤੋਂ ਬਾਅਦ ਉਹਨਾਂ ਦਾ ਇਹ ਲੰਬਾ ਕਰੀਅਰ ਸਮਾਪਤ ਹੋ ਜਾਏਗਾ, ਪਰ ਜੋ ਬਾਈਡਨ ਨੇ ਅੱਜ ਇਹ ਨਵੀਂ ਘੋਸ਼ਣਾ ਕਰਕੇ ਇੱਕ ਵਾਰੀ ਫਿਰ ਰਾਜਨੀਤਿਕ ਜਗਤ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ। ਜੇਕਰ ਜੋ ਬਾਈਡਨ 2020 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਖੜਦੇ ਹਨ ਤਾਂ ਉਹ 78 ਸਾਲ ਦੇ ਉਸ ਵੇਲੇ ਹੋ ਜਾਣਗੇ ਅਤੇ ਕਿਸੇ ਵੀ ਮੇਜਰ ਪਾਰਟੀ ਦੀ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਬਣਨਗੇ। ਇਸ ਤੋਂ ਪਹਿਲਾਂ ਜੋ ਬਾਈਡਨ 1988 ਅਤੇ 2008 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀਆਂ ਪ੍ਰਾਇਮਰੀਜ਼ ਦੇ ਲਈ ਲੜ ਚੁੱਕੇ ਹਨ, ਪਰ ਦੋਨੇ ਹੀ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਐਲ ਗੋਰ ਦੇ ਨਾਲ ਮੁਲਾਕਾਤ ਕੀਤੀ, ਜਿੱਥੇ ਕਿ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਕਲਾਈਮੇਟ ਚੇਂਜ ਨੂੰ ਇੱਕ ਹੋਕਸ ਦੱਸਦੇ ਹਨ ਅਤੇ ਖੁੱਲ੍ਹ ਕੇ ਉਸ ਦੇ ਖਿਲਾਫ ਬੋਲਦੇ ਹਨ। ਉਧਰ ਹੀ ਐਲ ਗੋਰ ਕਾਫੀ ਸਮੇਂ ਤੋਂ ਗਲੋਬਲ ਵਾਰਮਿੰਗ ਦੇ ਲਈ ਲੜਾਈ ਲੜਦੇ ਆਏ ਹਨ। ਕਈ ਪਰਿਆਵਰਣ ਪੱਖੀ ਲੋਕ ਇਸ ਗੱਲ ਨੂੰ ਸ਼ੁਭ ਸੰਕੇਤ ਮੰਨ ਰਹੇ ਹਨ ਕਿ ਡੋਨਲਡ ਟਰੰਪ ਦੀ ਇਸ ਐਲ ਗੋਰ ਦੇ ਨਾਲ ਮੀਟਿੰਗ ਤੋਂ ਬਾਅਦ ਦੇ ਵਿੱਚ ਹੋ ਸਕਦਾ ਹੈ ਡੋਨਲਡ ਟਰੰਪ ਆਪਣੀ ਪਾਲਿਸੀਜ਼ ਦੇ ਵਿੱਚ ਕੁਝ ਤਬਦੀਲ ਲੈ ਕੇ ਆਉਣ ਜੋ ਕਿ ਵਾਤਾਵਰਣ ਦੇ ਲਈ ਖਤਰਨਾਕ ਨਾ ਸਾਬਿਤ ਹੋਣ। ਐਲ ਗੋਰ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਮੁਲਾਕਾਤ ਕਾਫੀ ਲੰਬੀ ਅਤੇ ਕਾਫੀ ਪ੍ਰੋਡਕਟਿਵ ਰਹੀ। ਉਹਨਾਂ ਨੇ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਡੋਨਲਡ ਟਰੰਪ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਰਹੇ ਅਤੇ এনवायरमेंट ਨੂੰ ਲੈ ਕੇ ਉਹ ਵਧੀਆ ਕਦਮ ਚੱਕਦੇ ਰਹਿਣ। ਦੱਸਿਆ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਵੀ ਐਲ ਗੋਰ ਦੇ ਨਾਲ ਮੁਲਾਕਾਤ ਕੀਤੀ। ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਦੀ ਪ੍ਰਾਇਮਰੀ ਰੇਸ ਦੇ ਵਿੱਚ ਡੋਨਲਡ ਟਰੰਪ ਦੇ ਖਿਲਾਫ ਲੜੇ ਬੈਨ ਕਾਰਸਨ ਨੂੰ ਡੋਨਲਡ ਟਰੰਪ ਨੇ ਆਪਣੀ ਕੈਬਨਿਟ ਦੇ ਅੰਦਰ ਜਗ੍ਹਾ ਦਿੱਤੀ ਹੈ। ਬੈਨ ਕਾਰਸਨ ਨੂੰ ਡੋਨਲਡ ਟਰੰਪ ਦੇ ਵੱਲੋਂ ਸੈਕਟਰੀ ਆਫ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਚੁਣਿਆ ਗਿਆ। ਬੈਨ ਕਾਰਸਨ ਜੋ ਕਿ ਰਿਟਾਇਰਡ ਨਿਊਰੋ ਸਰਜਨ ਹਨ, ਉਹਨਾਂ ਨੂੰ ਪਹਿਲਾਂ ਓਬਾਮਾ ਕੇਅਰ ਨੂੰ ਤਬਦੀਲ ਕਰਨ ਅਤੇ ਉਸ ਦੀ ਜਗ੍ਹਾ ਦੇ ਉੱਤੇ ਨਵੀਂ ਹੈਲਥ ਕੇਅਰ ਪਾਲਿਸੀ ਲੈ ਕੇ ਆਉਣ ਦੇ ਬਾਰੇ ਸੋਚਿਆ ਜਾ ਰਿਹਾ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਬੈਨ ਕਾਰਸਨ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਉਹ ਡੋਨਲਡ ਟਰੰਪ ਦੀ ਸਰਕਾਰ ਦੇ ਵਿੱਚ ਕੋਈ ਵੀ ਪੋਜੀਸ਼ਨ ਨਹੀਂ ਲੈਣਗੇ ਅਤੇ ਕਿਉਂਕਿ ਉਹਨਾਂ ਦੇ ਕੋਲ ਰਾਜਨੀਤਿਕ ਕੋਈ ਵੀ ਅਨੁਭਵ ਨਹੀਂ ਹੈ, ਇਸ ਦੇ ਲਈ ਉਹ ਕੈਬਨਿਟ ਦੇ ਵਿੱਚ ਕੋਈ ਜਗ੍ਹਾ ਨਹੀਂ ਲੈਣਗੇ। ਪਰ ਹੁਣ ਡੋਨਲਡ ਟਰੰਪ ਨੇ ਉਹਨਾਂ ਨੂੰ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਸੈਕਟਰੀ ਦੇ ਵਜੋਂ ਚੁਣਿਆ ਹੈ। ਡੋਨਲਡ ਟਰੰਪ ਨੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬੈਨ ਕਾਰਸਨ ਦੇ ਨਾਲ ਲੰਬੀ ਮੁਲਾਕਾਤ ਕੀਤੀ ਅਤੇ ਆਪਣੇ ਅਰਬਨ ਰੀਨਿਊਅਲ ਏਜੰਡਾ ਨੂੰ ਉਹਨਾਂ ਨੇ ਬੈਨ ਕਾਰਸਨ ਦੇ ਨਾਲ ਸਾਂਝਾ ਕੀਤਾ, ਜਿਸ ਤੇ ਦੋਨਾਂ ਦੀ ਸਹਿਮਤੀ ਬਣੀ ਅਤੇ ਹੁਣ ਬੈਨ ਕਾਰਸਨ ਉਹਨਾਂ ਨੂੰ ਕੈਬਨਿਟ ਦੇ ਵਿੱਚ ਜੁਆਇਨ ਕਰਨਗੇ। ਓਹਾਇਓ ਤੋਂ ਆ ਰਹੀ ਇੱਕ ਖਬਰ ਦੇ ਮੁਤਾਬਿਕ ਓਹਾਇਓ ਪੁਲਿਸ ਅਫਸਰ ਨੇ ਕ੍ਰਿਸਮਸ ਚੈਰਿਟੀ ਫੰਡ ਜੋ ਕਿ ਫਾਈਨੈਂਸ਼ੀਅਲੀ ਕਮਜ਼ੋਰ ਬੱਚਿਆਂ ਦੀ ਸਹਾਇਤਾ ਦੇ ਲਈ ਇਕੱਠਾ ਕੀਤਾ ਗਿਆ ਸੀ, ਉਸ ਰਾਸ਼ੀ ਦੇ ਵਿੱਚੋਂ $26,000 ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨਵੈਸਟੀਗੇਟਰਸ ਨੇ ਇਸ ਮਾਮਲੇ ਦੇ ਵਿੱਚ ਪਾਇਆ ਕਿ ਰਿਚਫੀਲਡ ਦੇ ਪੁਲਿਸ ਅਫਸਰ ਮਾਈਕਲ ਸਿਮਨਜ਼, ਜਿਨ੍ਹਾਂ ਨੂੰ ਕਿ ਹੁਣ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਉਹਨਾਂ ਨੇ ਡਿਪਾਰਟਮੈਂਟ ਦੀ ਫੰਡਿੰਗ ਦੇ ਵਿੱਚੋਂ ਕਈ ਸਾਲਾਂ ਤੱਕ ਆਪਣੇ ਪਰਸਨਲ ਐਕਸਪੈਂਸ ਦੇ ਲਈ ਉਹ ਪੈਸਾ ਖਰਚਿਆ, ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਿਕਸ, ਕਲੋਥਿੰਗ ਅਤੇ ਹੋਰ ਕਈ ਸਪੋਰਟਿੰਗ ਇਵੈਂਟ ਦੀਆਂ ਟਿਕਟਸ ਵੀ ਸ਼ਾਮਿਲ ਸਨ। ਪੁਲਿਸ ਅਫਸਰ ਨੇ ਜੱਜ ਦੇ ਸਾਹਮਣੇ ਆਪਣਾ ਗੁਨਾਹ ਕਬੂਲਿਆ। ਕੋਰਟ ਨੇ ਉਸ ਨੂੰ $15,000 ਰੀਪੇ ਕਰਨ ਦੀ ਸਜ਼ਾ ਸੁਣਾਈ ਹੈ। ਲੋਕਲ ਪੁਲਿਸ ਯੂਨੀਅਨ ਨੇ ਦੱਸਿਆ ਕਿ ਇਹ ਪੈਸਾ ਉਸੇ ਚੈਰਿਟੀ ਦੇ ਲਈ ਵਰਤਿਆ ਜਾਏਗਾ ਜਿਸ ਦਾ ਦੁਰਉਪਯੋਗ ਮਾਈਕਲ ਸਿਮਨਜ਼ ਨੇ ਕੀਤਾ ਸੀ। ਓਹਾਇਓ ਦੇ ਵਿੱਚ ਰਹਿ ਕੇ ਕਈ ਵਾਰ ਪੁਲਿਸ ਅਫਸਰ ਦੇ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਚੀਫ ਨੇ ਕਿਹਾ ਕਿ ਉਹ ਗੰਭੀਰਤਾ ਦੇ ਨਾਲ ਇਹਨਾਂ ਮਾਮਲਿਆਂ ਨੂੰ ਦੇਖ ਰਿਹਾ ਹੈ ਅਤੇ ਭਵਿੱਖ ਦੇ ਵਿੱਚ ਅਜਿਹਾ ਨਾ ਹੋਵੇ, ਇਸ ਦੇ ਲਈ ਪੁਲਿਸ ਅਫਸਰਜ਼ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪਰ ਕਈ ਵਾਰ ਪੁਲਿਸ ਅਫਸਰ ਆਪਣੇ ਨਿੱਜੀ ਸਵਾਰਥਾਂ ਦੇ ਕਰਕੇ ਆਪਣੀ ਡਿਊਟੀ ਨੂੰ ਦਾਅ ਤੇ ਲਾ ਦਿੰਦਾ ਹੈ ਅਤੇ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 58 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 39 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਸਟਾਕਟਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਟ੍ਰੇਸੀ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਮੋਡੈਸਟੋ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ
ਲੋ। ਫ੍ਰੈਜ਼ਨੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟਰਕੀ ਦੇ ਵਿੱਚ 31 ਡਿਗਰੀ ਹਾਈ ਅਤੇ ਰਾਤ ਨੂੰ 11 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 13 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 27 ਡਿਗਰੀ ਲੋ। ਸਿਐਟਲ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋ ਰਹੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ ਰਹੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 32 ਡਿਗਰੀ ਹਾਈ ਅਤੇ ਰਾਤ ਨੂੰ 17 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਨਿਊਯਾਰਕ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -23 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਵੈਨਕੂਵਰ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਬਰਲਿਨ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ ਰਹੇਗਾ। ਤੇ ਫਰਾਂਸ ਪੈਰਿਸ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 45 ਅੰਕ ਵੱਧ ਕੇ 19,216.24 ਤੇ ਬੰਦ ਹੋਇਆ। ਨੈਸਡੈਕ 53 ਅੰਕ ਵੱਧ ਕੇ 5308.89 ਤੇ ਬੰਦ ਹੋਇਆ। S&P 12 ਅੰਕ ਵੱਧ ਕੇ 2204.71 ਤੇ ਬੰਦ ਹੋਇਆ। ਵੇਲਸ਼ਾਇਰ 5166 ਅੰਕ ਵੱਧ ਕੇ 23,095.48 ਬੰਦ ਹੋਇਆ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟੈਸਲਾ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 186.63 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68 ਰੁਪਏ 2 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 26 ਪੈਸੇ, ਇੱਕ ਪਾਉਂਡ ਦੀ ਕੀਮਤ 86 ਰੁਪਏ 51 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 77 ਪੈਸੇ, ਇੱਕ ਯੂਰੋ ਦੀ ਕੀਮਤ 73 ਰੁਪਏ 15 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 64 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 92 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 282 ਰੁਪਏ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ 223 ਰੁਪਏ 17 ਪੈਸੇ। ਸੋਨੇ ਦਾ ਰੇਟ $1171.77 ਪਰ ਆਉਂਸ ਰਿਹਾ ਤੇ ਚਾਂਦੀ $16.77 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।